देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਸਰਕਾਰ ਬਣਾਉਣ 'ਚ 33% ਦਲਿਤ ਭਾਈਚਾਰੇ ਦਾ ਇੱਕ ਵੱਡਾ ਯੋਗਦਾਨ ਹੋਏਗਾ। ਇਸੇ ਕਰਕੇ तमाम ਪਾਰਟੀਆਂ ਲਗਾਤਾਰ ਦਲਿਤ ਭਾਈਚਾਰੇ ਨੂੰ ਆਪਣੇ ਵੱਲ ਖਿੱਚਣ ਤੇ ਲੱਗੀਆਂ ਹੋਈਆਂ ਨੇ। ਕਈ ਸਿਆਸੀ ਅਲਾਈਅੰਸ ਵੀ ਹੋ ਰਹੇ ਨੇ। ਪਿਛਲੇ ਦਿਨੀ ਅਕਾਲੀ ਦਲ ਅਤੇ ਬੀਐਸਪੀ ਦਾ ਇੱਕ ਅਲਾਈਅੰਸ ਹੋਇਆ, ਉਸ ਤੋਂ ਬਾਅਦ ਐਕਟੀਵਿਟੀ ਵੀ ਅਕਾਲੀ ਦਲ ਅਤੇ ਬੀਐਸਪੀ ਵੱਲੋਂ ਲਗਾਤਾਰ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਇੱਥੇ ਬੀਐਸਪੀ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਜੀ ਨੇ। ਗੜੀ ਸਾਹਿਬ, ਸਭ ਤੋਂ ਪਹਿਲਾ ਸਵਾਲ ਕਿ ਆਉਣ ਵਾਲੇ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਉਮੀਦ ਕਰਦੇ ਹੋ? ਤੁਹਾਨੂੰ 20 ਸੀਟਾਂ ਦਿੱਤੀਆਂ ਗਈਆਂ ਨੇ, 20 ਸੀਟਾਂ ਜਿੱਤ ਪਾਓਗੇ ਤੇ ਨਾਲ 97 ਸੀਟਾਂ ਅਕਾਲੀ ਦਲ ਦੇ ਕੋਲ ਹੈਗੀਆਂ ਤੁਹਾਡੇ ਗਠਬੰਧਨ ਦੇ ਵਿੱਚ, ਉਹਨਾਂ ਨੂੰ ਕਿੰਨੀਆਂ ਜਿਤਾ? देखो, बहुजन समाज पार्टी पूरी कोशिश करेगी अपने हिस्से ਦੀਆਂ 20 सीटां और ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀਆਂ 97 ਸੀਟਾਂ ਉਹਨਾਂ ਨੂੰ ਅਸੀਂ ਸਾਰੀਆਂ ਨੂੰ ਜਿਤਾ ਸਕੀਏ, ਇਦਾਂ ਦੀ ਪੂਰੀ ਕੋਸ਼ਿਸ਼ ਕਰਾਂਗੇ। ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ, ਅੱਜ ਵੀ ਮੀਟਿੰਗਾਂ ਹੋਈਆਂ ਨੇ। ਕਿਸ ਤਰੀਕੇ ਦੀ ਰਣਨੀਤੀ ਤੁਹਾਡੇ ਵੱਲੋਂ ਰੱਖੀ ਜਾਏਗੀ ਕਿ ਕਰਪਸ਼ਨ ਦੇ ਮੁੱਦੇ ਤੇ ਪੰਜਾਬ 'ਚ ਜੋ ਹੋ ਰਹੀ ਹੈ ਕਰਪਸ਼ਨ, ਉਸ ਮੁੱਦੇ ਤੇ ਲੜਾਈ ਲੜੀ ਜਾਏਗੀ ਜਾਂ ਦਲਿਤ ਭਾਈਚਾਰੇ ਨੂੰ ਜੋ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਿਆ ਉਸ ਤੇ ਲੜਾਈ ਲੜੀ ਜਾਏਗੀ? ਦੇਖੋ, ਬਹੁਜਨ ਸਮਾਜ ਪਾਰਟੀ ਦਾ ਜਿਹੜਾ ਪਹਿਲਾ ਨਜ਼ਰੀਆ ਆ ਉਹ ਹਿਊਮਨ ਇੰਡੈਕਸ ਜਿਹੜਾ ਪੰਜਾਬ ਦਾ ਆ, ਜਿਹੜਾ ਡਿਵੈਲਪਮੈਂਟ ਦਾ ਅਸਲੀ ਇੰਡੈਕਸ ਹੁੰਦਾ, ਉਹ ਬੜਾ ਪੱਧਰ ਉਹਦਾ ਗਿਰਿਆ ਹੋਇਆ ਆ। ਪਰ ਪੂਰੇ ਪੰਜਾਬ ਦੇ ਵਿੱਚ ਜਾਂ ਦੇਸ਼ ਵਿੱਚ ਅੱਜ ਡਿਵੈਲਪਮੈਂਟ ਦਾ ਜਿਹੜਾ ਨਜ਼ਰੀਆ ਆ ਉਹ ਸੜਕਾਂ ਪੁਲਾਂ ਨੂੰ ਗਲੀਆਂ ਨੂੰ ਬਣਾ ਲਿਆ, ਜਦੋਂ ਕਿ ਜਿਹੜੇ ਮਨੁੱਖੀ ਸੰਸਾਧਨ ਹੈ ਉਹਨਾਂ ਦੀ ਦੁਰਗਤੀ ਕਰ ਦਿੱਤੀ ਗਈ। ਮਨੁੱਖੀ ਸੰਸਾਧਨ ਸਿਹਤ ਸਿੱਖਿਆ ਰੁਜ਼ਗਾਰ ਨਾਲ ਡਿਵੈਲਪ ਹੁੰਦਾ ਆ। ਸਿਹਤ ਸਿੱਖਿਆ ਰੁਜ਼ਗਾਰ ਇਹ ਬਹੁਜਨ ਸਮਾਜ ਪਾਰਟੀ ਦਾ ਮੁੱਖ ਏਜੰਡਾ ਆ। ਜਿੱਦਾਂ ਸੁਪਨਾ ਲਿਆ ਗਿਆ ਸੀ, ਗੁਰੂਆਂ ਨੇ ਸੁਪਨਾ ਲਿਆ ਸੀ, ਵਿਦਿਆ ਵਿਚਾਰੀ ਤੇ ਪਰਉਪਕਾਰੀ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀ ਪਮਲੀਨ। ਗੁਰੂਆਂ ਨੇ ਸੁਪਨਾ ਲਿਆ ਸੀ, ਗੁਰ ਪ੍ਰਸ਼ਾਦੀ ਵਿਦਿਆ ਵਿਚਾਰੇ ਪੜ੍ਹ ਪੜ੍ਹ ਪਾਵੇ ਮਾਣ। ਪੂਰੇ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਮੁੱਦੇ ਦੇ ਉੱਤੇ ਹਰ ਪੰਜਾਬੀ ਨੂੰ ਮੁਫਤ ਸਿੱਖਿਆ ਦੇ ਪੱਧਰ ਤੱਕ ਲੈ ਕੇ ਜਾਣਾ ਔਰ ਉਹਨਾਂ ਨੂੰ ਸਿੰਗਲ ਸਟੈਂਡਰਡ ਦੇ ਵਿੱਚ ਜਿਹੜੀ ਐਜੂਕੇਸ਼ਨ ਮੁਹੱਈਆ ਕਰਾਉਣੀ, ਇਹ ਸਾਡਾ ਪਹਿਲਾ ਏਜੰਡਾ ਆ। ਪੰਜਾਬੀਆਂ ਦੀ ਜਿਹੜੀ ਸਿਹਤ ਹੈ, ਗੁਰਬਾਣੀ ਦੇ ਵਿੱਚ ਵੀ ਉਹ ਆਉਂਦਾ ਆ ਵੀ ਹੱਸਦੇ ਖੇਡਦੇ ਪਹਿਨਦਿਆਂ ਦੇ ਵਿੱਚ ਬੰਦੇ ਨੂੰ ਆਜ਼ਾਦੀ ਮਿਲਣੀ ਚਾਹੀਦੀ ਆ, ਇਹਦੇ 'ਚ ਆਜ਼ਾਦੀ ਹੁੰਦੀ। ਅੱਜ ਪੰਜਾਬ ਦੇ ਗੱਭਰੂ ਮੁਟਿਆਰਾਂ ਨੌਜਵਾਨ ਜਿਹੜੇ ਆ ਉਹ ਉਸ ਤਰੀਕੇ ਨਾਲ ਹੱਸਣਾ ਖੇਡਣਾ ਪਹਿਨਣਾ ਪੂਰੀ ਤਰ੍ਹਾਂ ਨਾਲ ਖਾਣਾ, ਉਹ ਪੂਰੇ ਤਰ੍ਹਾਂ ਪੰਜਾਬ ਜਿੰਨਾ ਸਿਹਤ ਬਣਦੀ ਆ, ਸਿਹਤ ਪੂਰੀ ਤਰ੍ਹਾਂ ਪੰਜਾਬੀਆਂ ਦੀ ਉਜਾੜ ਦਿੱਤੀ ਗਈ। ਇੱਥੇ ਨਸ਼ੇ ਲਾਤੇ, ਇੱਥੇ ਹਵਾ ਖਰਾਬ ਕਰਤੀ, ਪਾਣੀ ਹੋਰ ਧਰਤੀ। ਸਾਡਾ ਦੂਜਾ ਏਜੰਡਾ ਇਹਨਾਂ ਦੀ ਸਿਹਤ ਜਿਹੜੀ ਆ, ਦੇਖੋ PGI ਆ, ਸਿਹਤ ਦਾ ਰਾਖਾ ਆ, 3-4 ਸਟੇਟਾਂ ਦਾ ਰਾਖਾ ਆ। ਪੰਜਾਬ ਦੇ ਵਿੱਚ 22-23 ਜ਼ਿਲ੍ਹੇ ਹੋ ਗਏ ਆ। ਕਿਆ ਸਾਨੂੰ 4 ਜ਼ਿਲ੍ਹਿਆਂ ਮਗਰ ਇੱਕ PGI ਨਹੀਂ ਬਣਾ ਸਕਦੇ? 1000 ਕਰੋੜ ਦਾ PGI ਬਣ ਜਾਂਦਾ ਆ। 1,60,000 ਕਰੋੜ ਦਾ ਪੰਜਾਬ ਦਾ ਬਜਟ ਹੈ। ਕਿਆ ਪੰਜਾਬੀਆਂ ਦੀ ਸਿਹਤ ਦੇ ਰਖਵਾਲੀ ਲਈ ਅੱਜ ਆਪਾਂ ਇੱਦਾਂ ਦੇ 4-5 PGI ਨਹੀਂ ਪੰਜਾਬ 'ਚ ਖੜੇ ਕਰ ਸਕਦੇ? ਸਾਡਾ ਐਜੂਕੇਸ਼ਨ ਦੇ ਨਾਲ ਨਾਲ ਦੂਜਾ ਏਜੰਡਾ ਸਿਹਤ ਦਾ ਆ ਕਿ ਦੇਖੋ ਬਠਿੰਡਾ ਆ, ਕੈਂਸਰ ਟ੍ਰੇਨਾਂ ਚੱਲਦੀਆਂ ਉੱਥੇ ਨੂੰ। ਆਪਾਂ ਆਜ਼ਾਦੀ ਦੇ 74 ਸਾਲਾਂ 'ਚ ਅਸੀਂ ਸਿਹਤ ਦੇ ਲਈ ਇੱਕੋ ਹੀ PGI 'ਤੇ ਖੜੇ ਹਾਂ। PGI ਦਾ ਵੀ ਵਿਚਾਰੇ ਦਾ ਪਟਾਕਾ ਬੋਲ ਜਾਂਦਾ ਸਵੇਰ ਨੂੰ, ਇੰਨੀਆਂ ਲੰਬੀਆਂ ਲਾਈਨਾਂ ਲੱਗਦੀਆਂ। ਤੀਜਾ ਜਿਹੜਾ ਸਾਡਾ ਏਜੰਡਾ ਉਹ ਰੁਜ਼ਗਾਰ ਦਾ ਆ। ਪੰਜਾਬੀ ਪੜ੍ਹਦੇ ਆ ਲਿਖਦੇ ਆ, ਲੇਕਿਨ ਰੁਜ਼ਗਾਰ ਲੈਣ ਲਈ ਦੁਬਈ ਦੇ ਰੇਤਿਆਂ 'ਚ ਫਸ ਜਾਂਦੇ ਆ। ਅਰਬ ਕੰਟਰੀਆਂ ਦੇ ਰੇਤਿਆਂ ਨਾਲ ਘੁਲਣਾ ਪੈਂਦਾ, ਉਹਨਾਂ ਨੂੰ ਕੈਨੇਡਾ ਯੂਰਪ ਦੇ ਜੰਗਲਾਂ ਨਾਲ ਘੁਲਣਾ ਪੈਂਦਾ ਆ, ਠੰਡੀਆਂ ਬਰਫ਼ਾਂ ਨਾਲ ਘੁਲਣਾ ਪੈਂਦਾ। ਜਦੋਂ ਕਿ ਪੰਜਾਬ ਦੀ ਜ਼ਰਖੇਜ਼ ਭੂਮੀ ਆ, ਪਹਾੜ ਇੱਥੇ ਆ, ਰੇਤਾ ਪੰਜਾਬ ਦੇ ਵਿੱਚ ਹੈ, ਭੂਮੀ ਉਪਜਾਊ ਪੰਜਾਬ ਦੇ ਵਿੱਚ ਹੈ, ਨਹਿਰੀ ਪਾਣੀ ਇੱਥੇ, ਦਰਿਆਈ ਪਾਣੀ ਇੱਥੇ, ਹਰ ਚੀਜ਼ ਇੱਥੇ ਆ। ਅਤੇ ਇਸ ਕਰਕੇ ਰੁਜ਼ਗਾਰ ਤੀਜਾ ਮੁੱਦਾ ਆ। ਔਰ ਸਾਡਾ ਚੌਥਾ ਪੰਜਵਾਂ ਛੇਵਾਂ ਮੁੱਦਾ ਆ ਹਵਾ ਪਾਣੀ ਔਰ ਧਰਤੀ, ਜਿਸ ਮੁੱਦੇ ਬਾਰੇ ਗੁਰੂਆਂ ਨੇ ਸੁਪਨਾ ਲਿਆ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਆਜ਼ਾਦੀ ਦੇ 74 ਸਾਲਾਂ 'ਚ ਹਾਕਮਾਂ ਨੇ ਨਾ ਪੰਜਾਬੀਆਂ ਨੂੰ ਚੰਗਾ ਪਾਣੀ ਦਿੱਤਾ, ਨਾ ਚੰਗੀ ਧਰਤੀ ਦਿੱਤੀ ਫੁੱਲਾਂ ਵਾਲੀ, ਨਾ ਚੰਗੀ ਹਵਾ ਦਿੱਤੀ। ਅੱਜ ਸੈਰ ਕਰਨ ਜਾਓ, ਪੋਲਿਊਸ਼ਨ ਨਾਲ ਘੁਲਣਾ ਪੈਂਦਾ ਆ। ਚੰਗਾ ਪਾਣੀ ਲੱਭੋ, RO ਭਾਲਦੇ ਆ, ਬੋਤਲਾਂ ਭਾਲਦੇ ਆ। ਚੰਗੀ ਧਰਤੀ ਲੱਭੋ, ਗੰਦਮੰਦ ਦੇ ਢੇਰ, ਪਲਾਸਟਿਕ ਦੇ ਢੇਰ, ਫੁੱਲਾਂ ਵਾਲੀ ਕੋਈ ਧਰਤੀ ਨਹੀਂ ਨਜ਼ਰ ਆਉਂਦੀ ਜਿੱਥੇ ਜਾ ਕੇ ਪੰਜਾਬੀ, ਮੈਨੂੰ ਨਹੀਂ ਲੱਗਦਾ ਪੂਰੇ ਪੰਜਾਬ ਦੇ ਵਿੱਚ ਕੋਈ ਇੱਕ ਵੀ ਪਾਰਕ ਜਿਹੜੇ ਹੁਕਮਰਾਨ ਹੈ ਚੱਜ ਦੀ ਦਿਖਾ ਦੇਣ। ਆ ਚੰਡੀਗੜ੍ਹ ਪਾਰਕਾਂ ਨਾਲ ਭਰਿਆ ਪਿਆ, ਹਰਿਆਲੀਆਂ ਨਾਲ ਭਰਿਆ ਪਿਆ, ਦਰਖਤਾਂ ਨਾਲ। ਪੋਲੀਟੀਸ਼ੀਅਨ ਖਾ ਜਾਂਦੇ ਆ ਇਸ ਕਰਕੇ। ਹਾਂ ਬਿਲਕੁਲ, ਆ ਸਾਧੂ ਸਿੰਘ ਧਰਮਸੋਤ ਜੀ ਦਾ ਬਿਆਨ ਤਾਜ਼ਾ ਹੀ ਚੱਲ ਰਿਹਾ, ਕਹਿੰਦਾ ਮੈਂ 1.5 ਕਰੋੜ ਰੁਪਈਆ ਲਾਇਆ ਪਾਰਕ 'ਚ, ਨਾ ਇੱਥੇ ਬੰਦਾ ਵੜੂ ਨਾ ਕੁੱਤਾ ਵੜੂ। ਆ ਮੈਂ ਇਕੱਲੇ ਹੀ ਸੁਣ ਰਿਹਾ ਸੀ ਉਹਨਾਂ ਦੀ ਵੀਡੀਓ। ਮਤਲਬ ਇੱਦਾਂ ਦੇ ਨਿਕੰਮੇ ਹੁਕਮਰਾਨ ਪੰਜਾਬ ਨੂੰ ਮਿਲੇ ਤਾਂ ਬਹੁਜਨ ਸਮਾਜ ਪਾਰਟੀ ਗੱਠ ਜੋੜਦਾ ਭਾਈਵਾਲ ਦਾ ਅਸੀਂ ਏਜੰਡਾ ਬਣਾਵਾਂਗੇ। ਸਿਹਤ ਸਿੱਖਿਆ ਰੁਜ਼ਗਾਰ ਹਵਾ ਪਾਣੀ ਤੇ ਚੰਗੀ ਧਰਤੀ। ਦਲਿਤ ਭਾਈਚਾਰੇ ਦੇ ਵੀ ਬਹੁਤ ਸਾਰੇ ਇਸ਼ੂ ਨੇ, ਉਹਨਾਂ ਨੂੰ ਵੀ ਤੁਹਾਡੀ ਪਾਰਟੀ ਰਿਪਰੈਜ਼ੈਂਟ ਕਰਦੀ ਹੈ, ਕਿਤੇ ਨਾ ਕਿਤੇ ਮੰਨਿਆ ਜਾਂਦਾ ਹੈ। ਉਹਨਾਂ ਦੇ ਇਸ਼ੂ ਐਂਡ 'ਤੇ ਚੱਕੋ।
ਨਾ ਮੀਤ ਸਾਹਿਬ, ਇਹ ਹਰ ਚੀਜ਼ਾਂ ਨਾਲ ਚੱਲਦੀਆਂ। ਅੱਜ ਮੈਂ ਜੇ ਕਾਮਨ ਪੰਜਾਬੀਆਂ ਦੀ ਗੱਲ ਕਰਦਾ, ਕਾਮਨ ਪੰਜਾਬੀਆਂ ਦੇ ਵਿੱਚ ਮੀਤ ਸਾਹਿਬ ਬਹੁਤ ਸਾਰੇ ਪੰਜਾਬੀਆਂ ਦਾ ਇਹੋ ਜਿਹਾ ਹਿੱਸਾ ਹੋਏਗਾ ਜਿਹੜਾ ਹਜ਼ਾਰਾਂ ਸਾਲਾਂ ਤੋਂ ਪਛੜਿਆ ਹੋਇਆ ਆ, ਜਿਹਦੇ 'ਚ ਅਨੁਸੂਚਿਤ ਜਾਤੀਆਂ ਆਉਣੀਆਂ ਆ, OBC ਕਲਾਸਾਂ ਆਉਣੀਆਂ ਆ, ਉਹਦੇ 'ਚ ਮਨਿਓਰਟੀ ਆਉਂਦੀ ਆ, ਸਿੱਖ ਮੁਸਲਮਾਨ ਈਸਾਈ ਆਉਂਦਾ, ਉਹਦੇ 'ਚ ਜਨਰਲ ਵਰਗਾਂ ਦੇ ਗਰੀਬ ਆਉਂਦੇ ਆ। ਬਹੁਜਨ ਸਮਾਜ ਪਾਰਟੀ ਜਿਹੜੇ ਇਹਨਾਂ ਪਛੜੀਆਂ ਗਈਆਂ ਜਮਾਤਾਂ ਆ, ਇਹਨਾਂ ਨੂੰ ਨਾਲ ਰਲਾਉਣ ਲਈ, ਇੱਕ ਸਾਰਤਾ ਲਿਆਉਣ ਦੇ ਲਈ, ਜਿੱਦਾਂ ਬਾਬੇ ਨਾਨਕ ਨੇ ਨਾਲ ਰਲਾਏ ਸੀ ਕਿ ਨੀਚਾ ਅੰਦਰ ਨੀਚ ਜਾਤ, ਨੀਚਾ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਓ ਕੈ ਰੀਸ, ਜਿੱਥੇ ਨੀਚ ਸਮਾਲੀਆਂ ਤਿੱਥੇ ਨਦਰ ਤੇਰੀ ਬਖਸ਼ੀ। ਜਿੱਦਾਂ ਦਸ਼ਮੇਸ਼ ਪਿਤਾ ਨੇ ਨਾਲ ਰਲਾਏ ਸੀ, ਰੰਗਰੇਟੇ ਗੁਰੂ ਕੇ ਬੇਟੇ, ਔਰ ਕਲਗੀਆਂ ਸਜਾਈਆਂ ਇਹਨਾਂ ਦਲਤਾਂ ਦੇ ਸਿਰਾਂ ਤੇ, ਅਸੀਂ ਬਹੁਜਨ ਸਮਾਜ ਪਾਰਟੀ ਔਰ ਗੱਠਜੋੜ ਭਾਈਵਾਲ ਦੇ ਨਾਲ ਇਹੋ ਜਿਹੀ ਨੀਤੀ ਬਣਾਵਾਂਗੇ ਕਿ ਜਿਹੜੇ ਦਲਤਾਂ ਦੇ ਇਸ਼ੂ ਆ, ਚਾਹੇ ਉਹ ਰਿਜ਼ਰਵੇਸ਼ਨ ਪਾਲਿਸੀ ਦਾ ਹੋਵੇ, ਚਾਹੇ ਪ੍ਰਮੋਸ਼ਨ ਦਾ ਹੋਵੇ, ਚਾਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਹੋਵੇ, ਚਾਹੇ ਪਛੜੇ ਵਰਗ ਦੇ ਲਈ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਕੇ ਸਾਡੇ 27% OBC ਨੂੰ ਰਿਜ਼ਰਵੇਸ਼ਨ ਦਾ ਹੋਵੇ, ਹਰ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ। ਗੇੜੀ ਸਾਹਿਬ, ਪਰ ਦਿੱਕਤ ਇਹ ਵੀ ਹੈਗੀ ਹੈ ਕਿ ਦਲਿਤ ਭਾਈਚਾਰਾ ਜ਼ਿਆਦਾ ਵਿਸ਼ਵਾਸ ਨਹੀਂ ਕਰ ਪਾ ਰਿਹਾ BSP ਤੇ, ਕਿਉਂਕਿ ਲਗਾਤਾਰ ਪਿਛਲੇ ਵੋਟ ਪਰਸੈਂਟੇਜ ਨੂੰ ਦੇਖੀਏ ਤਾਂ 1.4% ਦੀ ਵੋਟ ਹੈਗੀ ਹੈ। ਸੀਟਾਂ ਦੀ ਗੱਲ ਕਰੀਏ ਤਾਂ ਸੀਟਾਂ ਹਾਲੇ ਤੱਕ ਵਿਧਾਨ ਸਭਾ ਦੇ ਵਿੱਚ ਪਿਛਲੇ 20-25 ਸਾਲ ਤੋਂ ਆਈਆਂ ਨਹੀਂ, ਮੈਂਬਰ ਜਾ ਨਹੀਂ ਰਿਹਾ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਹੁਣ ਜੋ ਸੀਟਾਂ ਦਿੱਤੀਆਂ ਗਈਆਂ ਇਸ ਵਾਰ ਗਠਬੰਧਨ ਦੇ ਵਿੱਚ 20 ਸੀਟਾਂ ਦੇ ਵਿੱਚੋਂ 9 ਸੀਟਾਂ ਐਸੀਆਂ ਹੈਗੀਆਂ ਜਿਹੜੀਆਂ ਅਕਾਲੀ ਦਲ ਵੱਲੋਂ ਪਿਛਲੇ 15-20 ਸਾਲ ਤੋਂ ਜਿੱਤੀਆਂ ਹੀ ਨਹੀਂ ਗਈਆਂ, ਯਾਨੀ ਕਿ ਹਾਰੀਆਂ ਹੋਈਆਂ ਸੀਟਾਂ ਤੁਹਾਨੂੰ ਦਿੱਤੀਆਂ। 11 ਸੀਟਾਂ ਉਹਨਾਂ ਦੇ ਖਾਤੇ 'ਚ ਤਾਂ ਤੁਹਾਨੂੰ 11 ਹੀ ਗਈਆਂ, 9 ਤਾਂ ਆਲਰੇਡੀ ਹਾਰ ਹੀ ਰਹੇ ਲਗਾਤਾਰ। ਕਿਵੇਂ ਦੇਖਦੇ ਹੋ ਸਿਨੈਰੀਓ ਨੂੰ, ਕਿਵੇਂ ਪੂਰਾ ਕਿਵੇਂ ਕਰੋਗੇ? ਇੱਕ ਵੱਡਾ ਚੈਲੰਜ ਨਹੀਂ ਲੱਗਦਾ BSP ਲਈ? ਦੇਖੋ, ਬਹੁਜਨ ਸਮਾਜ ਪਾਰਟੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈਗੀ ਕਿ ਜਿਹੜਾ ਸਾਡਾ 25 ਸਾਲਾਂ ਤੋਂ ਬਹੁਜਨ ਸਮਾਜ ਪਾਰਟੀ ਬਿਲਕੁਲ ਇੱਕ ਤਰ੍ਹਾਂ ਨਾਲ ਪੋਲੀਟੀਕਲ ਹਾਸ਼ੀਏ 'ਤੇ ਪੰਜਾਬ 'ਚ ਰਹੀ ਆ, ਕਿਉਂਕਿ ਲੇਕਿਨ ਖੁਸ਼ੀ ਦੀ ਗੱਲ ਇਹ ਆ ਕਿ ਸ਼ਡਿਊਲ ਕਾਸਟ ਭਾਈਚਾਰਾ, ਬੈਕਵਰਡ ਭਾਈਚਾਰਾ ਬਹੁਜਨ ਸਮਾਜ ਪਾਰਟੀ ਨਾਲ ਬੜੀ ਸ਼ਿੱਦਤ ਨਾਲ ਜੁੜਿਆ ਰਿਹਾ। ਚਾਹੇ ਵੋਟ ਪਰਸੈਂਟੇਜ 1.5% ਹੈ, 3.5% ਰਹੀ ਹੈ ਜਾਂ 4% ਰਹੀ, ਕਿਉਂਕਿ ਮੌਕੇ ਵਾਲੇ ਦਿਨਾਂ ਤੇ ਆ ਕੇ, ਵੋਟਿੰਗ ਵਾਲੇ ਦਿਨਾਂ ਤੇ ਆ ਕੇ ਬਹੁਜਨ ਸਮਾਜ ਨੂੰ ਵੱਡੇ ਪੱਧਰ ਦੇ ਉੱਤੇ ਨਿਰਾਸ਼ਾ ਫੈਲਾਈ ਜਾਂਦੀ ਸੀ, ਹਾਥੀ ਤਾਂ ਜਿੱਤਣਾ ਹੀ ਨਹੀਂ ਹੈਗਾ, BSP ਤਾਂ ਜਿੱਤਣੀ ਹੀ ਨਹੀਂ ਹੈਗੀ। ਉਸ ਜਿਹੜਾ ਵੱਡਾ ਇੱਕ ਐਡਾ ਵੱਡਾ ਜਿਹੜਾ ਉਹ ਫੈਲਾਇਆ ਜਾਂਦਾ ਸੀ ਇੱਕ ਭਰਮ, ਮ੍ਰਿਗ ਤ੍ਰਿਸ਼ਨਾ, ਉਹਦੇ ਵਿੱਚ ਸਾਡਾ ਅਨਪੜ੍ਹ ਗਰੀਬ, ਮਜ਼ਲੂਮ ਗਰੀਬ ਭਾਈਚਾਰਾ ਸੀ, ਉਹਨੂੰ ਤਾਂ ਛੱਡੋ, ਪੜ੍ਹਿਆ ਲਿਖਿਆ ਬੁੱਧੀਮਾਨ ਵੀ ਉਸ ਹਵਾ 'ਚ ਬਹਿ ਜਾਂਦਾ ਸੀ, ਚਾਹੇ ਸਾਰੇ ਨੰਬਰ ਆਫ ਵੋਟ ਘੱਟ ਰਹਿੰਦੇ ਸੀ, ਲੇਕਿਨ ਜਿਹੜਾ ਸਾਡਾ ਬੇਸ ਵੋਟ ਹੈ, ਜਿਹਨੂੰ ਸ਼ਡਿਊਲ ਕਾਸਟ ਕਹਿੰਦੇ ਆ, ਜਿਹਨੂੰ OBC ਕਲਾਸਾਂ ਕਹਿੰਦੇ, ਜਿਹਨੂੰ ਮਨਿਓਰਟੀ ਕਹਿੰਦੇ, ਉਹ ਸਾਡੇ ਨਾਲ ਕਿਸੇ ਨਾ ਕਿਸੇ ਰੂਪ 'ਚ ਸ਼ਿੱਦਤ ਨਾਲ ਜੁੜਿਆ ਰਿਹਾ। ਉਹਦਾ ਸਬੂਤ ਇਸ ਗੱਲ ਦਾ ਆ, ਅੱਜ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦਾ ਗੱਠਜੋੜ ਹੋਇਆ, ਅੱਜ ਕਾਂਗਰਸ ਨੂੰ ਵੀ ਬੁਰੀ ਤਰ੍ਹਾਂ ਨਾਲ ਗੰਦੇ ਸ਼ਬਦਾਂ ਨਾਲ ਪੱਟਣਾ ਪੈ ਗਿਆ। ਮਾਨਯੋਗ ਰਵਨੀਤ ਬਿੱਟੂ ਸਾਹਿਬ ਨੇ ਪੂਰੇ ਦਲਤਾਂ ਨੂੰ, ਪੂਰੀ ਬਹੁਜਨ ਸਮਾਜ ਪਾਰਟੀ ਨੂੰ ਅਪਵਿੱਤਰ ਦੱਸ ਦਿੱਤਾ, ਉਹੀ ਸ਼ਬਦ ਦਿੱਤਾ ਜਿਹੜਾ ਹਜ਼ਾਰਾਂ ਸਾਲਾਂ ਤੋਂ ਪੰਜਾਬ ਦਾ, ਦੇਸ਼ ਦਾ ਦਲਿਤ ਭਾਈਚਾਰਾ ਅਪਵਿੱਤਰ ਸ਼ਬਦ ਨਾਲ ਹੀ ਤਾਂ ਸੜਕਾਂ ਤੋਂ, ਪਿੰਡਾਂ ਤੋਂ ਬਾਹਰ ਰਿਹਾ, ਅਪਵਿੱਤਰ ਸ਼ਬਦ ਨਾਲ ਹੀ ਤਾਂ ਸਾਡਾ ਪਰਛਾਵਾਂ ਨਹੀਂ ਸੀ ਲੈਂਦੇ। ਬਿੱਟੂ ਸਾਹਿਬ ਉਹੀ ਸਾਨੂੰ ਮੁੜ ਕੇ, ਕਾਂਗਰਸ ਸਾਨੂੰ ਉਹੀ ਮੁੜ ਕੇ ਬਣਾਉਣ ਲੱਗੀ ਹੋਈ ਆ, ਔਰ ਆਮ ਆਦਮੀ ਪਾਰਟੀ ਨੂੰ ਇਹਨੂੰ ਅਨੈਤਿਕ ਗੱਠਜੋੜ ਐਲਾਨਣਾ ਪੈ ਗਿਆ। ਔਰ ਢੀਂਡਸਾ ਤੀਜਾ ਫਰੰਟ ਇਹ ਵੀ ਕਹਿ ਰਿਹਾ ਪੰਥਕ ਸੀਟਾਂ ਦੇ ਦਿੱਤੀਆਂ, ਬਈ ਦਲਿਤ ਪੰਥਕ ਨਹੀਂ, ਜੇ ਦਲਿਤ ਪੰਥਕ ਨਹੀਂ ਤਾਂ ਦੱਸੇ ਢੀਂਡਸਾ ਸਾਹਿਬ ਕਿ ਦਸ਼ਮੇਸ਼ ਪਿਤਾ ਨੇ ਰੰਗਰੇਟੇ ਗੁਰੂ ਕਾ ਬੇਟੇ ਖਿਤਾਬ ਕਿਹਨੂੰ ਦਿੱਤਾ ਸੀ? ਪੰਥਕ ਬੰਦਿਆਂ ਨੂੰ, ਪੰਥਕ ਕੌਮਾਂ ਨੂੰ ਦਿੱਤਾ ਸੀ। ਜੇ ਕਲਗੀਆਂ ਕਿਹਨਾਂ ਦੇ ਸਿਰਾਂ ਤੇ ਦਸ਼ਮੇਸ਼ ਪਿਤਾ ਨੇ ਸਜਾਈਆਂ ਸੀ? ਪੰਥਕ ਕੌਮਾਂ ਦੇ ਸਿਰ ਤੇ ਸਜਾਈਆਂ ਸੀ। ਪੰਥਕ ਕੌਮਾਂ ਦੇਸ਼ ਦਾ ਦਲਿਤ ਭਾਈਚਾਰਾ ਆ। ਇਸ ਕਰਕੇ ਇਹ ਜਿਹੜੇ ਵਿਰੋਧੀ ਧਿਰਾਂ ਨੇ ਵੱਡੇ ਪੱਧਰ ਤੇ ਅਪੋਜ਼ਿੰਗ ਸ਼ੁਰੂ ਕੀਤੀ ਆ, ਇਹਦਾ ਮਤਲਬ BSP ਵੱਡੇ ਪੱਧਰ ਤੇ ਤਾਕਤ ਵਿੱਚ ਆ ਔਰ ਅੱਗੇ ਵੱਧ ਰਹੀ, ਔਰ ਅਸੀਂ ਬਹੁਤ ਵੱਡੇ ਮਾਰਜਨ ਨਾਲ ਸੀਟਾਂ ਸਾਰੀਆਂ ਜਿੱਤ ਕੇ ਸੱਤਾ 'ਚ ਆਵਾਂਗੇ। ਗੜੀ ਸਾਹਿਬ, ਕੋਈ ਕੁਐਸਚਨ ਮਾਰਕ ਜਿਹੜਾ ਐਡਾ ਵੱਡਾ ਖੜਾ ਕੀਤਾ ਗਿਆ ਰਵਨੀਤ ਬਿੱਟੂ ਵੱਲੋਂ, ਛੱਡੋਗੇ ਉਹਨਾਂ ਨੂੰ ਕਿ ਕੋਰਟ 'ਚ ਘਸੀਟੋਗੇ? ਨਾ, ਬਿੱਟੂ ਸਾਹਿਬ ਦੇਖੋ ਨਾ, ਮੈਂ ਜਰਮਨ ਵਾਲਾ ਨਹੀਂ ਹੈਗਾ ਕਿ ਆਪਣੀ ਧੀ ਦੀ ਇਹਨਾਂ ਦੇ ਟੱਬਰ ਤੋਂ ਬੇਇੱਜ਼ਤੀ ਕਰਾਈ ਤੇ ਇਹਨਾਂ ਨੂੰ ਸੁੱਕੇ ਛੱਡ ਗਏ। ਮੈਂ ਉਸ ਪਰਿਵਾਰ 'ਚੋਂ ਹਾਂ ਜਿਨ੍ਹਾਂ ਨੇ ਦਸ਼ਮੇਸ਼ ਪਿਤਾ ਦੇ ਨਾਲ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ, ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਲ, ਸ਼੍ਰੀ ਸਤਿਗੁਰੂ ਕਬੀਰ ਸਾਹਿਬ ਦੇ ਨਾਲ, ਜਿਨ੍ਹਾਂ ਨੇ ਬਾਬੇ ਨਾਨਕ ਜੀ ਦੇ ਨਾਲ ਰਵਾਬਾਂ ਵਜਾਈਆਂ, ਤਲਵਾਰਾਂ ਲੜੀਆਂ, ਜੰਗਾਂ ਲੜੀਆਂ। ਇਹ ਟੱਬਰ ਇਹਨਾਂ ਨੇ ਸਾਨੂੰ ਮਜਬੂਰ ਕਰ ਦਿੱਤਾ ਇਹੋ ਜਿਹਾ ਸ਼ਬਦ ਵਰਤਣ ਲਈ, ਜਦੋਂ ਪੂਰੇ ਦਲਿਤ ਸਮਾਜ ਨੂੰ ਇਹਨਾਂ ਨੇ ਪਵਿੱਤਰ ਕਿਹਾ ਆ। ਭੈਣ ਕੁਮਾਰੀ ਮਾਇਆਵਤੀ ਜੀ ਉੱਤੇ ਇਹਨਾਂ ਨੇ ਪੈਸੇ ਲੈਣ ਦੇਣ ਦੇ ਦੋਸ਼ ਰਹੇ। ਮੈਂ ਇਹਨਾਂ ਨੂੰ ਆਖਰਲੇ ਸਾਹ ਤੱਕ ਘੜੀਸਾਂਗਾ, ਔਰ ਇਹ ਬਚ ਸਕਦੇ ਆ, ਇਹ ਟੱਬਰ ਬਚ ਸਕਦਾ। ਜਿਹੜਾ ਟੱਬਰ ਜਰਮਨ ਵਾਲਿਆਂ ਦੀਆਂ ਉਹਨਾਂ ਨੇ ਜਿਹੜੀ ਸੇਵਾ ਕਰਨੀ ਸੀ ਉਹ ਤੋਂ ਬਚ ਗਿਆ, ਜਿਨ੍ਹਾਂ ਦੀ ਧੀ ਭੈਣ ਛੇੜੀ ਸੀ ਇਸ ਟੱਬਰ ਨੇ। ਇਹ ਪੰਜਾਬੀਆਂ ਨੇ, ਪੰਜਾਬੀਆਂ ਦਾ ਇਹਨਾਂ ਨੂੰ ਪਤਾ ਆ, ਇਸ ਟੱਬਰ ਨੇ ਜਿੰਨਾ ਘਾਣ ਪੰਜਾਬੀਆਂ ਦਾ ਕੀਤਾ ਸੀ, ਪੰਜਾਬੀਆਂ ਨੇ ਰਿਟਰਨ ਦਿੱਤਾ ਸੀ। ਕੇਤੀਆ ਕਾਂਡ ਦੀ ਗੱਲ ਕਰ ਰਹੇ ਹੋ? ਚਲੋ ਕੇਤੀਆ ਕਾਂਡ ਹੀ ਰੱਖ ਲਓ,
ਕੀਤੀਆ ਕਾਂਡੀ ਰੱਖ ਲਓ। ਔਰ ਜਿਹੜਾ ਕਿਸਾਨਾਂ ਦੇ ਨਾਲ ਇਹਨਾਂ ਨੇ ਪੰਗਾ ਲਿਆ, ਉੱਥੋਂ ਵੀ ਸੁੱਕਾ ਬਚ ਕੇ ਆ ਗਿਆ। ਅੱਜ ਇਹਨਾਂ ਨੇ ਦਲਿਤ ਸਮਾਜ ਨਾਲ ਪੰਗਾ ਲਿਆ। ਰਵਨੀਤ ਬਿੱਟੂ ਜੀ, ਦਲਿਤ ਸਮਾਜ ਤੁਹਾਨੂੰ ਛੱਡਣ ਵਾਲਾ ਨਹੀਂ, ਬਚ ਸਕਦੇ ਆ। ਆਪਣਾ ਕਿਹਾ ਵਾਪਸ ਲਓ, ਮਾਫੀ ਮੰਗੋ, ਔਰ ਦਲਿਤ ਸਮਾਜ ਤੋਂ ਮਾਫੀ ਮੰਗੋ। ਖਰਾਲਗੜ੍ਹ ਸਾਹਿਬ ਮੱਥਾ ਟੇਕ ਕੇ ਮਾਫੀ ਮੰਗੋ। ਮਾਫੀ ਜੇ ਨਹੀਂ ਮੰਨਦੇ ਫਿਰ ਉਹ ਤਾਂ ਕਿਤੇ ਗਲਤ ਕਿਹਾ ਹੀ ਨਹੀਂ। ਜੰਗ ਲੜਾਂਗੇ ਆਖਲੇ ਸਾਹ ਤੱਕ, ਔਰ ਜੰਗ ਦੇ ਵਿੱਚ ਘਾਣ ਹਮੇਸ਼ਾ ਤੁਹਾਡੇ ਟੱਬਰ ਦਾ ਹੋਇਆ, ਇਹ ਖਿਆਲ ਰੱਖਿਓ। ਇੱਕ ਹੋਰ ਸਵਾਲ ਹੈ, ਬੜਾ ਅਹਿਮ ਸਵਾਲ ਹੈਗਾ। ਦਲਿਤ ਭਾਈਚਾਰਾ ਪੰਜਾਬ ਦੇ ਵਿੱਚ ਇੱਕ ਲੰਬੇ ਟਾਈਮ ਤੋਂ ਸੁਪਨਾ ਦੇਖਦਾ ਹੈ ਕਿ ਸਾਡਾ ਸੀਐਮ ਹੋਵੇ, ਸਾਡਾ ਡਿਪਟੀ ਸੀਐਮ ਹੋਵੇ। ਉਹ ਤਵੱਜੂ ਅੱਜ ਤੱਕ ਨਹੀਂ ਮਿਲਿਆ ਕਿ ਤੁਹਾਡੇ ਅਲਾਈਅੰਸ ਤੋਂ ਬਾਅਦ ਤੁਹਾਡਾ ਡਿਪਟੀ ਸੀਐਮ ਜਿਹੜਾ ਅਕਾਲੀ ਦਲ ਦੀ ਅਗਰ ਸਰਕਾਰ ਬਣਦੀ ਹੈ ਤਾਂ ਬਣੇਗਾ। ਬੀਐਸਪੀ ਇੱਕ ਵੱਡਾ ਕਾਡਰ ਲੈ ਕੇ ਚੱਲਦੀ ਹੈ, ਜਿਵੇਂ ਤੁਸੀਂ ਕਲੇਮ ਕਰਦੇ ਹੋ ਕਿ ਦਲਿਤ ਭਾਈਚਾਰਾ ਬਹੁਤ ਵੱਡੀ ਗਿਣਤੀ ਤੁਹਾਡੇ ਨਾਲ ਹੈਗਾ। ਕੀ ਬਣੇਗਾ ਡਿਪਟੀ ਸੀਐਮ? ਦੇਖੋ, ਬਹੁਜਨ ਸਮਾਜ ਪਾਰਟੀ ਦੀ ਅੱਖ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਆ। ਬਹੁਜਨ ਸਮਾਜ ਪਾਰਟੀ ਦੀ ਸਪਸ਼ਟ ਨੀਤੀ ਆ ਕਿ ਚੰਡੀਗੜ੍ਹ ਬਹੁਜਨ ਸਮਾਜ ਨੂੰ ਦੇਣਾ, ਲਖਨਊ ਬਹੁਜਨ ਸਮਾਜ ਨੂੰ ਦੇਣਾ, ਖੇਤਰੀ ਪਾਰਟੀਆਂ ਨੂੰ ਦੇਣਾ, ਪਟਨਾ ਰਾਜਧਾਨੀ ਬਿਹਾਰ ਦੀ ਉਹ ਲੋਕਲ ਖੇਤਰੀ ਪਾਰਟੀਆਂ ਨੂੰ ਦੇਣਾ, ਰਾਏਪੁਰ ਛੱਤੀਸਗੜ੍ਹ ਦੀ ਰਾਜਧਾਨੀ ਖੇਤਰੀ ਪਾਰਟੀਆਂ ਨੂੰ ਦੇਣਾ। ਬਹੁਜਨ ਸਮਾਜ ਪਾਰਟੀ ਦੀ ਸਾਹਿਬ ਕਾਂਸ਼ੀ ਰਾਮ ਦੇ ਬੇਲਿਆਂ ਤੋਂ ਸਪਸ਼ਟ ਨੀਤੀ ਆ ਕਿ ਸਾਡੀ ਅੱਖ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਆ। ਇਸ ਕਰਕੇ ਜਿਹੜੀ ਤੁਸੀਂ ਇਹ ਚਰਚਾ ਸੀਟਾਂ ਦੀ ਕਰਦੇ ਆ, ਇਹ ਤੁਹਾਡੇ ਭਾਈਵਾਲਾ ਨਹੀਂ ਅਨਾਉਂਸ ਕੀਤਾ ਹੈ ਕਿ ਦਲਿਤ ਡਿਪਟੀ ਕਿਸੇ ਵੀ ਡੈਜਿਗਨੇਸ਼ਨ ਦੀ ਗੱਲ ਕਰਦੇ ਹੋ, ਇਹਦਾ ਫੈਸਲਾ ਮੇਰੀ ਪਾਰਟੀ ਦੀ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਨੇ ਕਰਨਾ ਆ। ਔਰ ਜੋ ਵੀ ਉਹ ਹੁਕਮ ਲਾਉਣਗੇ ਉਹਦੀ ਪਾਲਣਾ ਕੀਤੀ ਜਾਏਗੀ। ਸਾਡੀ ਅੱਖ ਵੀ, ਮੇਰੀ ਡਿਊਟੀ 20 ਸੀਟਾਂ ਜਿਤਾਉਣ ਦੀ ਆ ਬਸਪਾ ਦੀਆਂ, ਔਰ 97 ਸੀਟਾਂ ਜਿਤਾਉਣ ਦੀ ਡਿਊਟੀ ਆ ਮੇਰੀ ਸ਼੍ਰੋਮਣੀ ਅਕਾਲੀ ਦਲ ਦੀ। ਤੁਸੀਂ ਨਿੱਜੀ ਤੌਰ ਤੇ ਚਾਹੁੰਦੇ ਹੋ ਕਿ ਡਿਪਟੀ ਸੀਐਮ ਸਾਡਾ ਬਣੇ? ਚਲੋ ਸੀਐਮ ਤਾਂ ਅਲਾਈਅੰਸ ਹੈਗਾ, ਜ਼ਿਆਦਾ ਸੀਟਾਂ ਉਹਨਾਂ ਕੋਲੇ ਆ, ਸੀਐਮ ਤਾਂ ਉਹਨਾਂ ਦਾ ਹੀ ਬਣਨਾ ਜੇ ਜਿੱਤ ਗਏ ਤਾਂ। ਡਿਪਟੀ ਸੀਐਮ ਦੀ ਦੇਖੋ, ਨਿੱਜੀ ਤੌਰ ਤੇ ਕੀ ਮੇਰੀ ਜਿਹੜਾ ਮੈਂ ਨਿੱਜੀ ਤੌਰ ਤੇ, ਮੈਂ ਤਾਂ ਗੁਰੂਆਂ ਮਹਾਂਪੁਰਸ਼ਾਂ ਦਾ ਚੇਲਾ ਆ। ਮੈਨੂੰ ਮੇਰੇ ਗੁਰੂਆਂ ਨੇ ਸੰਦੇਸ਼ ਦਿੱਤਾ, ਰਾਜ ਕਰੇਗਾ ਖਾਲਸਾ। ਮੈਨੂੰ ਮੇਰੇ ਬਾਬਾ ਸਾਹਿਬ ਅੰਬੇਡਕਰ ਨੇ ਸੰਦੇਸ਼ ਦਿੱਤਾ ਆ, ਇਹ ਮੈਂ ਨਿੱਜੀ ਵਿਚਾਰ ਦੱਸ ਰਿਹਾ, ਕੰਧ ਤੇ ਲਿਖ ਲਓ, ਦੇਸ਼ ਦੀ ਸ਼ਾਸਨਕਰਤਾ ਜਮਾਤ ਬਣਨਾ ਆ। ਮੈਨੂੰ ਮੇਰੇ ਸਾਹਿਬ ਕਾਂਸ਼ੀ ਰਾਮ ਜੀ ਨੇ ਸੁਨੇਹਾ ਦਿੱਤਾ ਆ ਕਿ ਜੇ ਸਾਡਾ ਸਮਾਜ ਬੰਦੇ ਬਣ ਕੇ ਲੱਗੇ ਤਾਂ ਅਸੀਂ ਹਜ਼ਾਰਾਂ ਸਾਲਾਂ ਤੋਂ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਕੋਇਆ ਬੰਦੇ ਦੇ ਪੁੱਤ ਬਣਾ ਦੇਵਾਂਗੇ। ਸਾਡਾ ਲਕਸ਼ ਅੱਜ ਕਿਸੇ ਕੁਰਸੀ ਤੇ ਨਹੀਂ, ਦੇਸ਼ ਤੇ ਰਾਜ ਕਰਨ ਦਾ ਆ। ਜਿਹੜੀਆਂ ਛੋਟੀਆਂ ਕੁਰਸੀਆਂ ਦੀ ਤੁਸੀਂ ਗੱਲ ਕਰਦੇ ਹੋ, ਇਹ ਤਾਂ ਅਸੀਂ ਪਾਰਟੀ ਇਹਨਾਂ ਬਾਰੇ ਬਹੁਤ ਕੋਈ ਇਸ ਤਰ੍ਹਾਂ ਨਹੀਂ ਸੋਚਦੀ। ਜੋ ਵੀ ਭੈਣ ਜੀ ਹੁਕਮ ਲਾਉਣਗੇ ਅਸੀਂ ਉਹਦੀ ਪਾਲਣਾ ਕਰਾਂਗੇ। ਪੋਲੀਟੀਕਲ ਗਲਿਆਰਾਂ 'ਚ ਲਗਾਤਾਰ ਚਰਚਾ ਹੋਈ ਹੈ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਪੈਸੇ ਲੈ ਦੇ ਕੇ ਗਠਬੰਧਨ ਹੋਏ, ਸੀਟਾਂ ਦਿੱਤੀਆਂ ਗਈਆਂ। ਇਸ ਤਰੀਕੇ ਦੇ ਆਰੋਪ ਹਰਜੀਤ ਗਰੇਵਾਲ ਵੀ ਲਾਉਂਦੇ ਨੇ, ਕਾਂਗਰਸ ਦੇ ਵੀ ਕਈ ਲੀਡਰ ਲਾਉਂਦੇ ਨੇ। ਇਸ ਤਰੀਕੇ ਦੇ ਆਰੋਪਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਆ ਜਾਂ ਕਿਵੇਂ? ਇਹਦਾ ਮੀਤ ਸਾਹਿਬ, ਪਹਿਲਾ ਆਰੋਪ ਰਵਨੀਤ ਬਿੱਟੂ ਜੀ ਨੇ ਲਾਇਆ, ਉਹਨਾਂ ਦੀ ਬਖਲਾਹਟ ਸੀ। ਉਸ ਬਖਲਾਹਟ ਦੇ ਖਿਲਾਫ ਮਾਣਹਾਨੀ ਦਾ ਜਿਹੜਾ ਨੋਟਿਸ ਹੈ, ਮੈਂ 1-2 ਦਿਨਾਂ ਦੇ ਵਿੱਚ ਮੀਡੀਆ 'ਚ ਪਬਲਿਸ਼ ਕਰ ਦੇਣਾ ਹੈ ਤੇ ਇਹਨਾਂ ਨੂੰ ਭੁਗਤਣਾ ਪੈਣਾ। ਹਰਜੀਤ ਗਰੇਵਾਲ ਜੀ ਨੇ ਕਿਹਾ ਹਾਲੇ ਮੇਰੇ ਨੋਟਿਸ ਹੀ ਨਹੀਂ ਆਇਆ, ਮੈਂ ਸੁਣੀ ਸੀ, ਲੇਕਿਨ ਉਹ ਵੀ ਮੈਂ ਸੁਣ ਕੇ ਮੈਨੂੰ ਲੱਗਦਾ ਉਹ ਭੱਜਦਾ ਹੀ ਸੀ ਇਸ ਗੱਲ ਤੋਂ। ਉਹ ਵੀ ਸਾਰੀ ਸਪਸ਼ਟ ਕਿਹਾ ਉਹਨਾਂ ਨੇ ਕਿ ਡੀਲ ਹੋਈ, ਉਹਨਾਂ ਨੇ ਕਿਹਾ ਡੀਲ ਹੋਈ ਆ। ਤੇ ਉਹ ਜਿਹੜਾ ਇਦਾਂ ਦੀ ਜਿਹੜੀ ਡੀਲ ਯੂਪੀ ਦੇ ਵਿੱਚ ਇਲੈਕਸ਼ਨ ਲਈ ਪੈਸੇ ਚਾਹੀਦੇ ਆ, ਇੱਥੋਂ ਇਕੱਠੇ ਕਰਕੇ ਉੱਥੇ ਲੈ ਕੇ ਸੌਦਾ ਹੋ ਗਿਆ। ਡੀਲ ਜਦੋਂ ਵੀ ਹੁੰਦੀ ਆ ਸਮਝੌਤੇ ਦੇ ਵਿੱਚ, ਗੱਠਜੋੜ ਦੇ ਵਿੱਚ, ਉਹ ਸੀਟਾਂ ਦੇ ਲੈਣ ਦੇਣ ਦੀ ਹੁੰਦੀ ਆ। ਇਸ ਤਰੀਕੇ ਨਾਲ ਹੁੰਦੀ ਆ ਕਿ ਸੱਤਾ ਦੇ ਭਾਗੀਦਾਰ ਬਣ ਸਕੀਏ। ਔਰ ਸਾਡੀ ਪਾਰਟੀ ਦਾ ਇਹ ਰਿਕਾਰਡ ਹੈ, ਸਭ ਤੋਂ ਵੱਧ ਦੇਸ਼ ਵਿੱਚ ਕਿਸੇ ਨੈਸ਼ਨਲ ਪਾਰਟੀ ਨੇ ਜੇ ਸਮਝੌਤੇ ਕੀਤੇ ਆ ਤਾਂ ਉਹਦੇ 'ਚ ਬੀਐਸਪੀ ਵੀ ਆ। ਔਰ ਕੋਈ ਇੱਕ ਪਾਰਟੀ ਦੇਸ਼ ਦੀ ਸਿੱਧ ਕਰਦਾ ਹੈ, ਕਿਸੇ ਇੱਕ ਪਾਰਟੀ ਦਾ ਮੁਖੀ ਇਹ ਬੋਲ ਜਾਏ, ਮਾਨਯੋਗ ਸੁਖਬੀਰ ਬਾਦਲ ਜੀ ਆ, ਉਹ ਤਾਜ਼ਾ ਸਮਝੌਤਾ ਹੋ ਕੇ ਬੈਠਾ, ਤੁਹਾਡੇ ਕੋਲ ਹੀ ਆ, ਚਟਾਲੇ ਕੋਲ ਨੇ। ਕੋਈ ਇੱਕ ਪਾਰਟੀ ਵੀ ਬੋਲਦਾ ਹੈ ਕਿ ਬੀਐਸਪੀ ਨੇ ਖੋਟੀਆਂ ਦੁਕੀਆਂ ਲੈ ਕੇ ਕੰਪਰੋਮਾਈਜ਼ ਕਰਦੀ ਹੋਵੇ ਪੋਲੀਟੀਕਲ, ਅਸੀਂ ਰਾਜਨੀਤੀ ਛੱਡ ਦਿਆਂਗੇ। ਧੰਨਵਾਦ ਜੀ। ਥੈਂਕ ਯੂ ਮੀਤ ਸਾਹਿਬ। ਤਾਂ ਇਹਨੇ ਜਸਪੀਰ ਸਿੰਘ ਗੜੀ ਜੋ ਕਿ ਕਹਿ ਰਹੇ ਨੇ ਕਿ ਅਗਰ ਕੋਈ ਸਾਬਿਤ ਕਰੇ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਪੈਸੇ ਲੈ ਕੇ ਗਠਬੰਧਨ ਕੀਤਾ ਤਾਂ ਜੋ ਚਾਹੇ ਉਹ ਕਰਨ, ਲੇਕਿਨ ਬਹੁਤ ਸਾਰੇ ਸਵਾਲ ਲਗਾਤਾਰ ਖੜੇ ਕਰ ਰਹੀਆਂ ਸੀ ਓਪੋਜੀਸ਼ਨ ਪਾਰਟੀਆਂ। ਹੁਣ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਦਲਿਤ ਭਾਈਚਾਰਾ ਕਿਸ ਦੇ ਪੱਖ ਦੇ ਵਿੱਚ ਭੁਗਤਦਾ, ਇਹ ਦੇਖਣ ਵਾਲੀ ਗੱਲ ਹੋਏਗੀ। ਲੇਕਿਨ ਹਾਲ ਫਿਲਹਾਲ ਇਹ ਹੈ ਕਿ ਸਾਰੀਆਂ ਪਾਰਟੀਆਂ ਦਲਿਤ ਭਾਈਚਾਰੇ ਨੂੰ ਇਕੱਠਾ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਕਿ 2022 ਦੇ ਚੋਣਾਂ ਦੇ ਵਿੱਚ ਸਰਕਾਰ ਦੀ ਕੁਰਸੀ ਤੱਕ ਪਹੁੰਚਿਆ ਜਾ ਸਕੇ। ਕੈਮਰਾਮੈਨ ਦੀਪਕ ਦਿਨਾਰ, ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।
वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।